ਗੱਲ है कि ਲੱਖਾ ਸਿਧਾਣਾ ਬਾਈ ਲੱਖੇ ਦੇ ਨਾਲ ਸੀ, ਨਾਲ ਹਾਂ, ਨਾਲ ਰਹਾਂਗੇ। ਜਿਹੜੀ ਗੱਲ है कि ਹੁਣ ਜਿਹੜੇ ਮੇਰੇ ਉਹ ਵੀਡੀਓ ਤੇ ਬਹੁਤ ਸਾਥ ਵੀ ਹੈ ਤੇ ਮੈਨੂੰ ਗੱਦਾਰੀ ਤੇ ਮੇਰੀ ਥੱਲੇ ਕਮੈਂਟਾਂ 'ਚ ਮਾਵਾਂ ਭੈਣਾਂ ਤੱਕ ਦੀਆਂ ਗਾਲਾਂ ਜਿਹੜੀਆਂ ਵੀ ਆਪਾਂ ਕਿਹੜੀ ਮਰਿਆਦਾ 'ਚ ਕੱਢੀਆਂ ਜਾ ਰਹੀਆਂ, ਉੱਥੇ ਇੱਕ ਗੱਲ ਜ਼ਰੂਰ ਸੁਣਿਓ। ਲੱਖਾ ਦਾ ਉਹਦੇ 'ਚ ਕੋਈ ਰੋਲ ਨਹੀਂ ਹੈ। ਲੱਖੇ ਨੂੰ ਪਤਾ ਨਹੀਂ ਸੀ, ਲੱਖਾ ਤਾਂ ਚਿੰਤਾ 'ਚ ਸੀ ਜਦੋਂ ਲੋਕ ਲਾਲ ਕਿਲ੍ਹੇ ਜਾਂਦੇ ਸੀ। ਤੇ ਬਾਕੀ ਕੁਝ ਬੰਦੇ ਆਪਣੇ, ਚਾਹੇ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਚਾਹੇ ਆਪਣੇ ਡਾਕਟਰ ਸਾਹਿਬ ਨੇ, ਸਾਰੇ ਕਿਉਂਕਿ ਉਹ ਇਕੱਠੇ ਉਹ ਸਰਕਾਰ ਦੇ ਟਰੈਪ 'ਚ ਫਸੇ ਤੇ ਇਹਦੇ ਬੰਬੇ ਵਾਲੇ ਦੇ ਟਰੈਪ 'ਚ ਫਸੇ। ਬੰਬੇ ਵਾਲੇ ਦਾ ਵਿਰੋਧ ਕਰਦੇ ਆ, ਹੁਣ ਵੀ ਕਰਦੇ ਆ ਤੇ ਠੋਕ ਕੇ ਕਰਦੇ ਆ। ਚੁੱਪ ਸੀ ਤਾਂ ਜੋ ਵੀ ਆਪਾਂ ਸੰਘਰਸ਼ ਜਿੱਤ ਲਈਏ ਫਿਰ ਬੋਲਾਂਗੇ। ਹੁਣ ਜਿਹੜੀ ਗੱਲ ਕਰਨ ਵਾਲੀ ਆ ਉਹ ਸੁਣਿਓ। ਇਸ ਟਾਈਮ ਗੱਲ ਇਹ ਹੈ, ਗਲਤੀਆਂ ਸਭ ਤੋਂ ਹੋਈਆਂ ਨੇ ਸਾਰੀਆਂ ਜਥੇਬੰਦੀਆਂ ਹਰ ਤੋਂ, ਕਿਉਂਕਿ ਬਹੁਤ ਵੱਡਾ ਮੋਰਚਾ, ਗਲਤੀਆਂ ਹੋ ਜਾਂਦੀਆਂ ਨੇ, ਪਰ ਉਹ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ ਹੁੰਦਾ। ਉਹਨਾਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ ਹੁੰਦਾ। ਇਸ ਟਾਈਮ ਜਿਹੜੀਆਂ ਸਾਡੀਆਂ ਸਾਰੀਆਂ ਜਥੇਬੰਦੀਆਂ ਉਹ ਕਿਸੇ ਤੋਂ ਵੀ ਮੁੱਖ ਨਾ ਮੋੜਨ। ਅੱਜ ਮੁੰਡਿਆਂ ਨੂੰ, ਸਾਰਿਆਂ ਨੂੰ, ਅੱਜ ਨੌਜਵਾਨੀ ਨੂੰ, ਅੱਜ ਤੁਹਾਨੂੰ, ਅੱਜ ਲੱਖੇ ਬਾਈ ਨੂੰ, ਸਭ ਨੂੰ ਤੁਹਾਡੀ ਲੋੜ ਹੈ ਤੇ ਤੁਹਾਨੂੰ ਸਾਡੀ ਲੋੜ ਹੈ। ਸਾਰੀ ਨੌਜਵਾਨੀ ਦੀ, ਲੱਖੇ ਦੀ, ਕਲਾਕਾਰਾਂ ਦੀ, ਸਭ ਦੀ ਨੌਜਵਾਨੀ ਨੂੰ ਲੋੜ ਹੈ, ਪੰਜਾਬ ਨੂੰ ਲੋੜ ਹੈ, ਤੁਹਾਡੀ ਸਾਨੂੰ ਲੋੜ ਹੈ, ਸਾਨੂੰ ਤੁਹਾਡੀ ਲੋੜ ਹੈ। ਹੁਣ ਤੁਸੀਂ ਇੱਕ ਰਹੋ, ਇਕਜੁੱਟ ਹੋਵੋ। ਆਪਾਂ ਕਿਸਾਨ ਆਪਣਾ ਮੋਰਚਾ ਪਹਿਲਾਂ ਨਾਲੋਂ ਵੱਡਾ ਹੋ ਗਿਆ। ਪਹਿਲੇ 26 ਤੋਂ ਬਾਅਦ 2 ਦਿਨ ਮਾਯੂਸੀ ਸੀ, ਬਹੁਤ ਕੁਝ ਸੀ, ਬਹੁਤ ਦਿਲ 'ਚ ਉਬਾਲ ਸਨ, ਪਰ ਗਲਤੀਆਂ ਤੁਸੀਂ ਵੀ ਕੀਤੀਆਂ। ਉਹਦੇ 'ਚ ਹੁਣ ਇਹ ਕੀ ਹੈ, ਮੇਰੀ ਗੱਲ ਸੁਣੋ ਧਿਆਨ ਨਾਲ ਬਾਈ ਜੀ, ਧਿਆਨ ਨਾਲ ਸੁਣਿਓ ਸਾਰੇ। ਮੇਰੀ ਜਥੇਬੰਦੀਆਂ ਨੂੰ ਅਪੀਲ ਹੈ, ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ, ਜਦੋਂ ਦੋ ਸਕੇ ਭਰਾ ਅੱਡ ਹੁੰਦੇ ਨੇ ਤਾਂ ਘਰ ਦੇ ਵਿੱਚ ਕੰਧ ਵੀ ਕੱਢੀ ਜਾਂਦੀ ਹੈ। ਉਹ ਕੰਧ ਕੱਢੀ ਜਾਂਦੀ ਹੈ, ਪਰ ਉਹ ਕਈ ਵਾਰ ਆਪਾਂ ਖੇਤੀ ਇਕੱਠੇ ਹੋ ਕੇ ਕਰਦੇ ਆ। ਉਵੇਂ ਸੀ, ਆਪਣੀਆਂ ਸਟੇਜਾਂ 2 ਸੀ, ਪਰ ਆਪਾਂ ਕੰਮ ਕੀ ਕਰ ਰਹੇ ਸੀ, ਬਿੱਲ ਰੱਦ ਕਰਾਉਣ ਲਈ। ਪਰ ਜਦੋਂ ਇੱਕ ਸਾਡੇ ਭਰਾ ਨੂੰ ਸਰਕਾਰ ਨੇ ਟਰੈਪ 'ਚ ਫਸਾ ਲਿਆ ਤੇ ਜਦੋਂ ਗਲਤੀ ਦਾ ਪਤਾ ਲੱਗਿਆ, ਉਹਨਾਂ ਨੂੰ, ਉਸ ਭਰਾ ਨੂੰ ਵੱਖ ਨਹੀਂ ਕੀਤਾ ਜਾਣਾ ਚਾਹੀਦਾ। ਤੇ ਉਦੋਂ ਬਾਅਦ ਜਦੋਂ ਸਰਕਾਰ ਤੁਹਾਡੇ ਤੇ ਹਮਲੇ ਕਰਦੀ ਹੈ, ਇੱਟਾਂ ਰੋੜੇ ਚਲਾਉਂਦੀ ਹੈ, ਉਦੋਂ ਬਾਅਦ ਸਾਡੇ ਦਿਲ ਏਡੇ ਹੋਣੇ ਚਾਹੀਦੇ। ਉਹ ਭਰਾਵਾਂ ਨੂੰ ਜਿਹੜੀ ਵਿੱਚੋਂ ਕੰਧ ਸੀ, 2 ਸਟੇਜਾਂ ਸੀ, ਅੱਜ ਉਹ ਲੋੜ ਹੈ ਕਿ ਉਹ ਕੰਧ ਵੀ ਹਟਾ ਕੇ ਸਟੇਜ ਵੀ ਇੱਕ ਕਰ ਦਿਓ। ਤੁਸੀਂ ਲਾਹਨਤਾਂ ਲਾਉਣ ਨਾਲੋਂ, ਤੌਹਮਤਾਂ ਲਾਉਣ ਨਾਲੋਂ, ਇੱਕ ਕਿਸੇ ਨੂੰ ਕੋਈ ਵੀ ਖਿਤਾਬ ਦੇਣ ਨਾਲੋਂ, ਗਲਤੀਆਂ ਹੋਈਆਂ ਸਭ ਤੋਂ ਹੋਈਆਂ, ਉਹ ਸਾਰਿਆਂ ਨੂੰ ਸਮਝ ਕੇ ਸਰਕਾਰ ਦੀ ਚਾਲ, ਸਾਡਾ ਦੁਸ਼ਮਣ ਸਰਕਾਰ ਹੈ, ਸਾਡਾ ਦੁਸ਼ਮਣ ਬਹੁਤ ਵੱਡਾ ਹੈ। ਅਸੀਂ ਜਿਵੇਂ ਭਰਾ ਸਕੇ ਪੀੜ ਪੈਣ ਤੇ, ਭੀੜਾਂ ਪੈਣ ਤੇ ਘਰਾਂ ਚੋਂ ਕੰਧਾਂ ਢਾਹ ਕੇ ਇਕੱਠੇ ਹੋ ਜਾਂਦੇ ਨੇ, ਅੱਜ ਸਾਨੂੰ ਉਵੇਂ ਇਕੱਠੇ ਹੋਣ ਦੀ ਲੋੜ ਹੈ। ਕੰਧ ਢਾਹ ਕੇ ਅੱਜ ਸਟੇਜ ਹੀ ਇੱਕ ਕਰ ਲਓ। ਉਸ ਸਟੇਜ ਤੇ ਨਹੀਂ ਜਾਣਾ, ਇਸ ਸਟੇਜ ਤੇ ਜਾਣਾ, ਮੁੱਦਾ ਖਤਮ ਕਰ ਦਿਓ। ਸਰਕਾਰ ਦੀ ਨੀਂਦ ਹਰਾਮ ਹੋ ਜੇ ਕਿ ਇਹ ਇਕੱਠੇ ਹੋ ਗਏ ਆ। ਤੇ ਇਹਦੇ 'ਚ ਪਹਿਲ ਕਦਮੀ ਦੋਨਾਂ ਧਿਰਾਂ ਨੂੰ ਕਰਨੀ ਪੈਣੀ ਹੈ। ਸੰਯੁਕਤ ਮੋਰਚੇ ਨੂੰ ਵੀ ਕਰਨੀ ਪੈਣੀ ਹੈ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਵੀ ਕਰਨੀ ਪੈਣੀ ਹੈ। ਗਲਤੀਆਂ ਸਭ ਤੋਂ ਹੋਈਆਂ, ਉਹ ਗਲਤੀਆਂ ਨੂੰ ਪਰਦੇ ਪਾ ਕੇ ਅੱਗੇ ਵਧਣਾ ਪੈਣਾ। ਹਾਂ, ਮੈਂ ਸਾਰੀ ਨੌਜਵਾਨੀ ਨੂੰ ਕਹਿਣਾ, ਬੰਬੇ ਵਾਲੇ ਤੋਂ ਬਚ ਜੋ, ਗੱਦਾਰ ਆ, ਉਹਦੀਆਂ ਗੱਲਾਂ ਦੇ ਜਵਾਬ ਦੇਵਾਂਗੇ। ਪਰ ਆਹ ਟਾਈਮ ਏਕੇ 'ਚ ਰਹਿਣ ਦਾ, ਇਕੱਠੇ ਰਹਿਣ ਦਾ। ਤੇ ਸਾਰੇ ਆਪਣੇ ਯੂਨੀਅਨ ਲੱਖਾ, ਉਹਦੀ ਸਪੋਰਟ ਕਰੋ। ਅੱਜ ਲੋੜ ਆ ਉਹਦੇ ਸਾਥ ਦੀ। ਉਹਨੇ ਕੰਮ ਕੀਤਾ ਤੁਹਾਡੇ ਲਈ, ਉਹਨੇ ਕੰਮ ਕੀਤਾ ਪੰਜਾਬ ਨੌਜਵਾਨੀ ਲਈ, ਉਹਨੇ ਕੰਮ ਕੀਤਾ ਇਕੱਲੇ ਇਕੱਲੇ ਬੱਚੇ ਲਈ। ਉਹਦੀ ਸੋਚ ਮਾੜੀ ਨਹੀਂ ਹੈ। ਜਿਹੜਾ ਬੰਦਾ ਕ੍ਰਾਈਮ 'ਚੋਂ ਨਿਕਲ ਕੇ ਆਉਂਦਾ ਇਸ ਲੈਵਲ ਤੇ ਉਹਦੀ ਭਾਵਨਾ ਕੀ ਹੋਊਗੀ, ਠੀਕ ਆ ਨਾ। ਅਸੀਂ ਤਾਂ ਉਹਨੂੰ ਕੱਲ ਨੂੰ ਵੱਡਾ ਪ੍ਰਮਾਤਮਾ ਕਰੇ ਲੀਡਰ ਬਣੇ, ਅਗਵਾਈ ਕਰੇ ਪੰਜਾਬ ਦੀ, ਬਹੁਤ ਕੰਮ ਕਰੇ। ਅੱਜ ਜਥੇਬੰਦੀਆਂ ਵੱਡੇ ਦਿਲ ਕਰਨ, ਆ ਸੁੰਗੜੀਆਂ ਦਿਲੀਆਂ ਨਾ ਰੱਖਣ, ਵੱਡੇ ਦਿਲ ਕਰਕੇ ਨਿਕਲਣ। ਤੇ ਜਿਹੜੇ ਲੋਕ ਮੈਨੂੰ ਕਾਮਰੇਡ ਪਤਾ ਨਹੀਂ ਵਿਕ ਗਿਆ, ਦਲਾਲ, ਤੁਸੀਂ ਮੇਰੀ ਗੱਲ ਸੁਣੋ। ਮੈਂ ਉਹ ਬੰਦਾ ਸੀ ਜਿੱਦਣ ਸਭ ਤੋਂ ਪਹਿਲਾਂ ਸਟੇਜ ਤੇ, ਜਿਸ ਦਿਨ ਦਲਜੀਤ ਬਾਈ ਸਟੇਜ ਤੇ ਆਉਂਦਾ, ਮੈਂ ਕਿਹਾ ਸੀ ਜਥੇਬੰਦੀਆਂ ਨੂੰ, ਕਿਸੇ 'ਚ ਹਿੰਮਤ ਸੀ, ਮੈਂ ਕਿਹਾ ਤੁਸੀਂ 31 ਦੇ 31 ਇੱਥੇ ਲਾਈਨ 'ਚ ਖੜਾ ਲਓ। ਤੁਹਾਡੇ ਵਿੱਚੋਂ 2-4 ਨੂੰ ਛੱਡ ਕੇ ਤੁਹਾਨੂੰ ਕੁੱਤਾ ਨਹੀਂ ਜਾਣਦਾ। ਜੇ ਚੰਗੇ ਕੰਮ ਕਰੋਗੇ, ਚੰਗਾ ਕੰਮ ਇੱਥੋਂ ਪਾਸ ਹੋ ਗਏ, ਤੁਹਾਨੂੰ ਲੋਕ ਹਾਰ ਪਾਉਣਗੇ। ਤੁਹਾਨੂੰ ਜਿਹਦੇ ਵੱਲ ਉਂਗਲ ਕਰੋਗੇ, ਮਨ ਕਰੇ ਸਰਕਾਰ ਬਣਾ ਦਿਓ, ਪਰ ਇੱਥੇ ਤੁਸੀਂ ਕੋਈ ਗਲਤ ਸਟੈਪ ਲਾਓਗੇ, ਤੁਹਾਡੇ ਟੋਕਰਿਆਂ 'ਚ ਟੁਕੜੇ ਜਾਣਗੇ। ਅੱਜ ਵੀ ਉਹ ਬਿਆਨ ਵੀਡੀਓ ਪਈ ਹੈ, ਉਹ ਦੇਖੋ। ਮੈਂ ਹੀ ਸੀ ਉਦੋਂ ਬੋਲਿਆ ਸੀ ਤੇ ਅੱਜ ਮੈਂ ਗੱਦਾਰ ਹੋ ਗਿਆ। ਜਿਹੜਾ ਸ਼ਰੇਆਮ ਜਥੇਬੰਦੀਆਂ ਨੂੰ ਕਹਿੰਦਾ ਸੀ, ਮੈਂ ਹੀ ਸੀ ਜਿਹਨੇ ਕਿਹਾ ਸੀ ਨੌਜਵਾਨੀ ਦੇ ਵਿੱਚ ਸਾਹਮਣੇ ਪਤਾ ਨਹੀਂ ਕਿੱਡੇ ਕਿੱਡੇ ਤਕੜੇ ਦਿਮਾਗ ਬੈਠੇ ਨੇ। ਇੱਥੇ ਇੱਕ ਸੁਝਾਅ ਬਾਕਸ ਲਾਓ ਸਟੇਜ ਤੇ, ਇੱਕ ਹੈਲਪਲਾਈਨ ਨੰਬਰ ਜਾਰੀ ਕਰੋ, ਹਰ ਬੰਦੇ ਦੇ ਸੁਝਾਅ ਦੇਖੋ, ਉਹਦੇ 'ਚ ਕੋਈ ਚੰਗਾ ਲੱਗਦਾ ਉਹਨੂੰ ਲਾਗੂ ਕਰੋ। ਤੇ ਮੈਂ ਹੀ ਕਿਹਾ ਸੀ, ਕੋਈ ਜਿਹੜਾ ਪ੍ਰੋਗਰਾਮ ਦਿੰਦੇ ਹੋ
ਤਾਂ ਉਹਨੂੰ ਸੋਚ ਸਮਝ ਕੇ ਦਿਓ ਤੇ ਉਦੋਂ ਬਾਅਦ ਮੁੜ ਕੇ ਪਿੱਛੇ ਨਾ ਹਟਣਾ ਪਵੇ। ਪਰ ਉਹ ਗਲਤੀਆਂ ਹੋਈਆਂ, ਉਹ ਗਲਤੀਆਂ ਤੋਂ ਪਿੱਛੇ ਹਟ ਕੇ ਹੁਣ ਵੱਡੇ ਹੋਵੋ। ਅੱਜ ਭਰਾ ਦੀ ਕੰਧ ਉਹਨੂੰ ਲੋੜ ਆ ਤੁਹਾਡੀ ਕਿ ਉਹ ਕੰਧ ਢਾਹ ਕੇ ਇੱਕ ਹੋਵੋ। ਅੱਜ ਲੋੜ ਹੈ ਲੱਖੇ ਦੇ ਨਾਲ ਖੜਨ ਦੀ। ਲੱਖਾ ਤੇ ਕੋਈ ਆਂਚ ਆਉਂਦੀ ਹੈ ਤਾਂ ਫਿਰ ਸਾਡੇ ਤੇ ਵੀ ਆਊਗੀ। ਲੱਖੇ ਨਾਲ ਨਹੀਂ ਖੜੋਗੇ ਫਿਰ ਅਸੀਂ ਵੀ ਨਹੀਂ ਖੜਦੇ, ਪਰ ਭੱਜਦੇ ਨਹੀਂ। ਇੱਕ ਗੱਲ ਸੁਣ ਲਓ, ਜੇ ਤੁਸੀਂ ਸਾਰੀਆਂ ਜਥੇਬੰਦੀਆਂ ਏਕੇ ਦਾ ਸਬੂਤ ਨਹੀਂ ਦਿੰਦੀਆਂ, ਜੇ ਤੁਸੀਂ ਲੱਖੇ ਦੀ ਸਾਡੀਆਂ ਨੌਜਵਾਨੀਆਂ ਤੋਂ ਐ ਭੱਜਣ ਦੀ ਕੋਸ਼ਿਸ਼ ਕਰੋਗੇ, ਮੈਂ 2 ਦਿਨ ਲਈ ਪੰਜਾਬ ਆ, 1 ਤੇ 2 ਤਰੀਕ ਨੂੰ ਬਾਈ ਸਰਬਜੀਤ ਪਿੰਡ ਦੇ ਉੱਥੇ ਮੇਲਾ ਸਾਰੀ ਨੌਜਵਾਨੀ ਨੂੰ ਹੋਰ ਖਿੱਚਣ ਲਈ ਦਿੱਲੀ ਵਾਸਤੇ ਕਰ ਰਹੇ ਆ ਕੰਮ। ਤੇ ਅੱਜ ਇੱਥੇ ਪੰਜਾਬ 'ਚ ਮੈਂ 3 ਤਰੀਕ ਨੂੰ ਮੈਂ ਭੁੱਖ ਹੜਤਾਲ ਤੇ ਬੈਠੂੰਗਾ। ਮੈਂ ਭੁੱਖ ਹੜਤਾਲ ਤੇ ਪਾਣੀ ਵੀ ਨਹੀਂ ਪੀਣਾ ਜੇ ਤੁਸੀਂ ਏਕੇ ਦਾ ਸਬੂਤ ਨਹੀਂ ਦਿੰਦੇ। ਤੇ ਜਾਂ ਕਿਸੇ ਬਾਈ ਲੱਖੇ ਨੂੰ, ਹਰ ਕਿਸੇ ਨੂੰ ਸਪੋਰਟ ਕਰੋ ਯਾਰ। ਤੁਸੀਂ ਬਾਕੀ ਮੇਰੀ ਗੱਲ ਸੁਣੋ, ਬਾਪੂ ਰਾਜੇਵਾਲ ਇੰਨਾ ਸਿਆਣਾ ਬੰਦਾ ਤੋਂ ਤੁਸੀਂ ਜਦੋਂ ਮੀਟਿੰਗਾਂ ਕਰਦੇ ਹੋ ਬਹੁਤ ਚੰਗਾ ਕੰਮ ਕਰਦੇ ਹੋ। ਸਟੇਜ ਤੇ ਤੁਸੀਂ ਮਤਲਬ ਉੱਥੇ ਜਿਹੜਾ ਮੀਟਿੰਗਾਂ ਦੇ ਵਿੱਚ ਸਰਕਾਰ ਦੀ ਠੋਕਦੇ ਹੋ ਮੰਜੀ ਪੂਰੀ, ਪਰ ਸਟੇਜ ਤੇ ਤੁਹਾਨੂੰ ਹਾਲ ਤੱਕ ਇਹ ਨਹੀਂ ਪਤਾ ਲੱਗਿਆ। ਤੁਸੀਂ 50-50 ਸਾਲ ਕੰਮ ਕਰ ਰਹੇ ਹੋ। ਰਾਜੇਵਾਲ ਸਾਹਿਬ ਬਾਪੂ ਜੀ, ਤੁਸੀਂ ਕੀ ਬਿਆਨ ਦੇ ਦਿੰਦੇ ਹੋ? ਕੰਮ ਸਾਰਾ ਠੀਕ ਹੋਣ ਲੱਗਦਾ, ਏਕਾ ਹੋਣ ਲੱਗਦਾ, ਤੁਸੀਂ ਫੇਰ ਕੋਈ ਇਹੋ ਜਿਹਾ ਬਿਆਨ, ਤੁਹਾਨੂੰ ਅਜੇ ਤੱਕ ਹੀ ਨਹੀਂ ਪਤਾ ਲੱਗਾ ਮੈਂ ਬਿਆਨ ਕੀ ਦੇਣਾ। ਮਾੜਾ ਮੋਟਾ ਜਿੱਥੋਂ ਦਿਲ ਤੇ ਉੱਥੇ ਦਿਮਾਗ ਵੀ ਵਰਤੋ। ਕਿਉਂ ਨੌਜਵਾਨੀ ਬੱਚਿਆਂ ਤੇ ਥਾਪੜਾ ਦੇਣਾ ਕਿ ਸਾਡੇ ਨਹੀਂ, ਫਲਾਣਾ ਨਹੀਂ, ਢਮਕਾਣਾ ਨਹੀਂ, ਐਸੀ ਦੀ ਤੈਸੀ, ਜਿਹੜਾ ਕਹਿੰਦਾ ਸਾਡਾ ਨਹੀਂ। ਬਾਪੂ ਜੀ ਤੁਹਾਡੀ ਇੱਜ਼ਤ ਆ। ਜਿਵੇਂ ਉਹ ਬਾਦਲ ਸਾਹਿਬ ਨੇ ਜਾਂਦੇ ਹੋਏ ਖੇ ਪਵਾ ਲਈ, ਖੇ ਨਾ ਪਵਾ ਲਿਓ। ਅੱਜ ਤੁਹਾਨੂੰ ਨਾਲ ਖੜਨ ਦੀ ਲੋੜ ਆ। ਅੱਜ ਤੁਹਾਨੂੰ ਨਾਲ ਖੜਨ ਦੀ ਲੋੜ ਹੈ। ਤੁਹਾਨੂੰ ਤੁਹਾਡੇ ਤੋਂ ਨਹੀਂ ਸ਼ਬਦਾਂ ਤੇ ਕੰਟਰੋਲ ਲੈਂਦਾ। ਸਟੇਜ ਤੇ ਨਾ ਬੋਲੋ, ਤੁਸੀਂ ਸਿਰਫ ਮੀਟਿੰਗਾਂ 'ਚ ਅਗਵਾਈ ਕਰੋ, ਸਟੇਜ ਤੇ ਨਾ ਕੋਈ ਅਗਵਾਈ ਕਰੋ। ਤੇ ਜਿਹੜੇ ਨੌਜਵਾਨ ਆਗੂ ਆ ਉਹ ਵੀ ਪਹਿਲਾਂ ਸੋਚ ਸਮਝ ਕੇ, ਤੁਹਾਡਾ ਕੰਮ ਲੋਕਾਂ ਦੇ ਦਿਲਾਂ 'ਚ ਚੀਜ਼ ਠਾਣਾ ਹੈ। ਉਹ ਬਗਾਵਤ, ਆ ਫੁਕਰਿਆਂ ਵਾਲੀ ਬਗਾਵਤ ਨਾ ਮਾਰਿਆ ਕਰੋ ਸਟੇਜਾਂ ਤੋਂ, ਕਿਉਂਕਿ ਮੁੜ ਕੇ ਨੌਜਵਾਨੀ ਨੂੰ ਫਿਰ ਤੁਸੀਂ ਟਿਕਾਉਂਦੇ ਰਹਿੰਦੇ ਹੋ, ਫਿਰ ਭਜਦੇ ਹੋ। ਬਾਕੀ ਜੋ ਗਲਤੀਆਂ ਹੋ ਗਈਆਂ ਠੀਕ ਆ, ਜੋ ਸਭ ਨੇ ਗਲਤੀਆਂ ਕੀਤੀਆਂ, ਇੱਕ ਨੇ ਨਹੀਂ ਕੀਤੀ, ਕੱਲੇ ਬੰਦੇ ਨੇ ਗਲਤੀ ਕੀਤੀ ਆ। ਉਹ ਗਲਤੀਆਂ ਤੋਂ ਲਾ ਕੇ ਵੱਡੇ ਦਿਲੇ ਕੰਧ ਢਾਓ। ਭਰਾਵਾਂ ਦੀਆਂ ਕੰਧਾਂ ਢਾਹ ਕੇ ਹੁਣ ਇੱਕ ਹੋਣ ਦਾ ਵੇਲਾ ਹੈ। ਬਾਅਦ 'ਚ ਪੰਜਾਬ ਆ ਕੇ ਵੱਢ ਲਿਓ, ਮਾਰ ਲਿਓ, ਟੁੱਕ ਦਿਓ, ਗਦਾਰ ਜੋ ਮਰਜੀ ਕਿਸੇ ਨੂੰ ਕਹਿ ਲਿਓ। ਹਾਂ ਭਰਾਵੋ ਬਾਹਰ ਲਿਓ, ਮੇਰੇ ਸੱਜਣੋ ਭਰਾਓ, ਇਹ ਬੰਬੇ ਵਾਲੇ ਤੋਂ ਬਚ ਜਾਓ। ਐਕਟਰ ਹੈ, ਐਕਟਰ। ਇਹ ਬਹੁਤ ਇਹਦੇ ਨਾਲ ਸੀ, ਇਹਦਾ ਸਾਥ ਦਿੱਤਾ ਸੀ। 29 ਤਰੀਕ ਦੀ ਮੀਟਿੰਗ ਤੋਂ ਬਾਅਦ ਦੂਰ ਹੋਏ ਆ, ਇਹਦਾ ਸਾਥ ਦਿੱਤਾ ਸੀ। ਬੜੇ ਅੱਜ ਵੀ ਵੀਡੀਓ ਪਈਆਂ ਇਹਦੇ ਸਾਥ ਦੀਆਂ ਮੇਰੇ ਚੈਨਲ ਤੇ। ਜੇ ਅਸੀਂ ਚੋਰ ਹੁੰਦੇ ਡਿਲੀਟ ਕਰ ਦਿੰਦਾ ਮੈਂ। ਇਹਦਾ ਸਾਥ ਦਿੱਤਾ ਸੀ। ਕਿਉਂ ਦੂਰ ਹੋਏ ਉਹ ਸਾਰੀਆਂ ਮੈਂ ਗੱਲਾਂ ਕਰ ਚੁੱਕਿਆ ਮੈਂ ਬਾਹਰ, ਕਿਉਂਕਿ ਹਾਲੇ ਨਹੀਂ ਹੁਣ ਕਰਨੀਆਂ। ਹੁਣ ਏਕੇ ਦਾ ਵੇਲਾ। ਇੱਕ ਸਾਡਾ ਭਰਾ ਮੱਕੜ, ਮੈਂ ਉਹਦੀ ਪੱਤਰਕਾਰੀ ਤੇ ਕੋਈ ਸਵਾਲ ਨਹੀਂ ਚੱਕਿਆ। ਮੇਰਾ ਭਰਾ ਬਹੁਤ ਚੰਗਾ ਦੋਸਤ, ਬਹੁਤ ਉਹਦੀ ਤਾਰੀਫ ਕਰਦੇ ਹਮੇਸ਼ਾ। ਉਹਦੀ ਪੱਤਰਕਾਰੀ ਤੇ ਕੋਈ ਸਵਾਲ ਨਹੀਂ ਚੱਕਿਆ। ਉਹ ਕੋਈ ਹੁਣ ਮਾੜਾ ਕੰਮ ਨਹੀਂ ਕਰਦਾ। ਉਸ ਚੈਨਲ ਦੀ ਗੱਲ ਕੀਤੀ ਸੀ ਮੈਂ, ਤੇ ਚੈਨਲ ਉਹ ਸਟੈਂਡ ਤੇ ਮੈਂ ਕਾਇਮ ਆ। ਪਰ ਉਹ ਕਿਉਂ ਸੀ, ਉਹ ਕਾਹਦੇ ਲਈ? ਭਰਾ ਸਾਡੇ ਨੇ ਵੀ ਹਰ ਛੋਟੇ ਘਰ ਨੂੰ ਵੱਡਾ ਹੋਣ ਦਾ ਆਮ ਕਰਦੇ ਬੱਚਾ ਵੱਡਾ ਹੋਵੇ, ਪਰ ਜਦੋਂ ਵੱਡਾ ਹੋਣਾ ਉਹਨੂੰ ਇਹ ਸੋਚਣਾ ਪੈਣਾ ਕਿ ਉਹ ਜਿਸ ਬੰਦਿਆਂ ਦੇ ਨਾਲ ਕੰਮ ਕਰੂਗਾ, ਵੱਡੇ ਬੰਦੇ ਜਿਨ੍ਹਾਂ ਕਰਕੇ ਉਹਨੇ ਵੱਡਾ ਹੋਣਾ, ਉਹ ਬੰਦੇ ਕਿਵੇਂ ਦੇ ਆ। ਤੇ ਇਹਦੇ ਵਿੱਚ ਚਲੋ ਇਹ ਗੱਲਾਂ ਹਾਲੇ ਆਪਾਂ ਬਾਅਦ 'ਚ ਮੈਂ ਮੋਰਚਾ ਜਿੱਤ ਕੇ ਤੁਹਾਨੂੰ ਕਰੂੰਗਾ ਕਿ ਇਹਨਾਂ ਨੇ ਕਿੱਥੇ ਚੈਨਲ ਵਰਤਣਾ ਸੀ। ਇੱਥੇ ਕੁਛ ਨਹੀਂ। ਜਿਹੜੇ ਬੰਦੇ ਵਿਚਾਰੇ ਮੱਕੜ ਬਾਈ ਨੂੰ, ਸਾਡੇ ਭਰਾ ਨੂੰ ਵੀ ਨਾਲ ਲੈ ਗਏ, ਪਰ ਮੱਕੜ ਦੀ ਪੱਤਰਕਾਰੀ ਤੇ ਮੱਕੜ ਤੇ ਕੋਈ ਸਵਾਲ ਨਹੀਂ ਹੈ ਮੇਰੇ ਵੱਲੋਂ। ਡਾਕਟਰ ਸਾਹਿਬ ਤੇ ਮੇਰਾ ਕੋਈ ਸਵਾਲ ਨਹੀਂ ਹੈ, ਕਿਉਂਕਿ ਉਹ ਟਰੈਪ 'ਚ ਫਸੇ। ਸਰਕਾਰ ਦੇ ਟਰੈਪ ਬਹੁਤ ਵੱਡੇ ਹੁੰਦੇ ਆ। ਉਸ ਟਰੈਪ ਦੇ ਵਿੱਚ ਬਹੁਤ ਵੱਡਾ ਰੋਲ ਦੀਪ ਦਾ ਜਿਹੜਾ ਫਸਾਇਆ। ਬਾਕੀ ਗਲਤੀ ਹੋਈ ਆ, ਪਰ ਕਿਸੇ ਤੋਂ ਗੁਨਾਹ ਨਹੀਂ ਕੋਈ ਹੋਇਆ। ਗਲਤੀਆਂ ਮਾਫ ਕਰਕੇ ਅੱਗੇ ਵਧਿਆ ਜਾਂਦਾ। ਆਪਾਂ ਮੋਰਚਾ ਜਿੱਤਣਾ। ਮੇਰੀ ਕਿਸੇ ਨੂੰ ਗੱਲ ਮਾੜੀ ਲੱਗੀ ਹੈ, ਜਿੱਦਣ ਮੈਂ ਜਿਨ੍ਹਾਂ ਨੂੰ ਤੁਸੀਂ ਕਾਮਰੇਡ ਕਹਿੰਦੇ, ਜਦੋਂ ਇਹਨਾਂ ਨੂੰ ਮੈਂ ਸਟੇਜ ਤੋਂ ਠੋਕਦਾ ਸੀ ਉਦੋਂ ਤਾਂ ਕਿਸੇ ਨੇ ਕੋਈ ਨਹੀਂ ਮੇਰੇ ਨਾਲ ਖੜਿਆ। ਅੱਜ ਜਦੋਂ ਮੈਂ ਜਦੀਪ ਦੇ ਇਹਨਾਂ ਦੇ ਭੇਤ ਖੋਲੇ ਆ ਇਹਦੇ, ਤਾਂ ਤੁਸੀਂ ਮੈਨੂੰ ਵੀ ਗੱਦਾਰ, ਮੈਨੂੰ ਵੀ ਕਾਮਰੇਡ, ਮੈਨੂੰ ਵੀ ਪਤਾ ਨਹੀਂ ਕੀ। ਸਾਡੇ ਅੰਦਰ ਦਰਦ ਆ, ਅਸੀਂ ਦਰਦ ਲੈ ਕੇ ਤੁਰੇ ਹੋਏ ਆ ਮੇਰੇ ਭਰਾਓ। ਤੇ ਜਿੱਥੇ ਜਿੰਨਾ ਮੈਂ ਠੋਕਿਆ, ਮੇਰੀਆਂ ਵੀਡੀਓ ਪਈਆਂ ਨੇ। ਦੱਸੋ ਕਿਹੜਾ? ਹਰ ਵੀਡੀਓ ਤਾਂ ਪਈ ਹੈ ਯਾਰ ਨੈਟ ਤੇ, ਹਰ ਮੇਰੇ ਪੇਜ ਤੇ ਪਈ ਆ। ਦੱਸੋ ਕਿੱਥੇ ਸ਼ਰੇਆਮ ਸਟੇਜ ਤੇ ਨਹੀਂ ਠੋਕਿਆ? ਤੇ ਮੈਂ ਹੁਣ ਮੇਰੀ ਹੈ, ਚਾਹੇ ਉਹਨੂੰ ਬੇਨਤੀ ਸਮਝ ਲਓ ਚਾਹੇ ਚੇਤਾਵਨੀ, ਸਾਰੇ ਕਿਸਾਨ ਆਗੂ, ਕਿ ਤੁਸੀਂ ਵੱਡੇ ਸੁੰਗੜੀਆਂ ਦਿਲੀਆਂ ਹੀ ਨਾ ਰੱਖੋ, ਵੱਡੇ ਦਿਲ ਰੱਖੋ। ਤੁਹਾਡੇ ਨਾਲ ਖੜੇ ਆ, ਨੌਜਵਾਨੀ ਇੱਕ ਠੋਕ ਕੇ ਖੜੇ ਆ। ਤੇ ਜੇ ਹੁਣ ਤੁਸੀਂ ਇਹ ਮਤਲਬ ਨਹੀਂ ਦਿੰਦੇ ਸਾਥ ਲੱਖੇਰਾਂ ਦਾ, ਜਾਂ ਤੁਸੀਂ ਇਕੱਠੇ ਨਹੀਂ ਹੁੰਦੇ, ਇੱਕ ਦੂਜੇ ਦੇ ਦੂਸ਼ਣਬਾਜ਼ੀਆਂ ਕਰੋਗੇ, ਤਾਂ ਮੈਂ ਭੁੱਖ ਹੜਤਾਲ ਤੇ ਬੈਠੂੰਗਾ। ਇਹ ਮੇਰੀ ਚੇਤਾਵਨੀ ਆ। ਇਹਨੂੰ ਚੇਤਾਵਨੀ ਸਮਝ ਲਓ, ਇਹਨੂੰ ਮੇਰੀ ਬੇਨਤੀ ਸਮਝ ਲਓ ਕਿ ਇੱਥੋਂ ਤੱਕ ਨੌਬਤ ਨਾ ਆਵੇ। ਇਕੱਠੇ ਰਹੋ। ਅਸੀਂ ਜਦੋਂ ਇਕੱਠੇ ਆ ਸਾਰੇ, ਜਦੋਂ ਪੰਜਾਬ ਰਹਿਣਾ ਹਰ ਕੋਈ ਇਕੱਠਾ ਹੋ ਗਿਆ, ਤਾਂ ਤੁਹਾਡੀ ਪਤਾ ਨਹੀਂ ਕੀ ਤੁਹਾਨੂੰ ਬਿਆਨ ਦੇਣ ਲੱਗਿਆ। ਤਾਂ ਸਾਨੂੰ ਪਤਾ ਇਕੱਠੇ ਹੋ ਤੁਸੀਂ ਉਸ ਲੈਵਲ ਤੇ, ਜਦੋਂ ਸਰਕਾਰ ਨਾਲ ਗੱਲ ਕਰਨੀ ਹੈ। ਪਰ ਸਟੇਜਾਂ ਤੇ ਤੁਹਾਨੂੰ ਕੀ ਹੋ ਜਾਂਦਾ? ਬਜ਼ੁਰਗ ਬੁੜੇ ਬੰਦੇ 80 ਸਾਲ ਦੇ 70 ਸਾਲ ਦੇ ਤੁਹਾਨੂੰ ਬਿਆਨ ਦੇਣ ਲੱਗੇ ਨਹੀਂ ਪਤਾ ਲੱਗਦਾ।
ਕਿਉਂ ਇਹ ਨਹੀਂ ਮੁੰਡੇ ਸਾਡੇ, ਹਰ ਕੋਈ ਆਪਣਾ, ਹਰ ਕੋਈ ਸਾਡਾ ਹੈ, ਕੋਈ ਸਾਡਾ ਦੁਸ਼ਮਣ ਨਹੀਂ, ਕੋਈ ਇੱਥੇ ਕੋਈ ਵਿਕਾਊ ਨਹੀਂ ਹੈ, ਸਿਰਫ ਇੱਕ ਨੂੰ ਛੱਡ ਕੇ। ਉਹ ਸੋਚ ਸਮਝ ਕੇ ਪਲੈਨਿੰਗ ਨਾਲ ਆਇਆ ਬੰਬੇ ਵਾਲਾ, ਉਹਦੀ ਨਹੀਂ। ਤੁਸੀਂ ਅੱਜ ਮੇਰਾ ਵਿਰੋਧ ਕਰੋ ਸਾਰੇ ਭਰਾ ਬਾਹਰਲੇ ਵੀ, ਕੱਲ ਵੀ ਕਰੋ, ਮੇਰਾ ਜਿੱਥੇ ਸਟੈਂਡ ਹੈ ਉੱਥੇ ਮੇਰਾ ਸਟੈਂਡ ਹੈ। ਅੱਕ ਕੇ ਬੋਲਿਆ ਸੀ, ਪਰ ਜਿੱਥੇ ਇੱਥੇ ਵੀ ਸਟੈਂਡ ਹੈ, ਇੱਥੇ ਜਥੇਬੰਦੀਆਂ ਗਲਤ ਕਰਨਗੀਆਂ, ਠੋਕਾਂਗੇ, ਪਹਿਲਾਂ ਵੀ ਠੋਕਿਆ, ਕਵਾਂਗੇ ਉਹਨਾਂ ਨੂੰ, ਮੂੰਹ ਤੇ ਵੀ ਕਵਾਂਗੇ, ਲੋਕਾਂ ਨੂੰ ਵੀ ਦੱਸਾਂਗੇ, ਪਰ ਅੱਜ ਵੇਲਾ ਇਕੱਠੇ ਰਹਿਣ ਦਾ। ਬਾਕੀ ਕੋਈ ਕਿਸੇ ਤੋਂ ਕੋਈ ਵੀ ਗੱਲ ਹੈ, ਮੈਂ ਭੱਜਿਆ ਹਰ ਕਿੰਨੇ ਭਰਾਵਾਂ ਨਾਲ ਗੱਲ ਕੀਤੀ ਹੈ, ਪਰ ਕਮੈਂਟ ਜਿਹੜੇ ਤੁਸੀਂ ਥੱਲੇ ਕਰਦੇ ਹੋ, ਜਿਹੜੀਆਂ ਮੇਰੀਆਂ ਪੋਸਟਾਂ ਤੇ ਮੇਰੇ ਇੰਸਟਾਗ੍ਰਾਮ ਤੇ, ਉਹ ਤਾਂ ਸੋਚੋ ਕਿ ਉੱਥੇ ਲੋਕਾਂ ਦੀਆਂ ਧੀਆਂ ਭੈਣਾਂ ਵੀ ਆ, ਉੱਥੇ ਸਭ ਦੀਆਂ ਧੀਆਂ ਭੈਣਾਂ ਉਹ ਵੀ ਪੜ੍ਹਦੀਆਂ, ਮੈਨੂੰ ਕੋਈ ਅਸਰ ਨਹੀਂ, ਮੇਰੇ ਤੇ ਕੀ ਅਸਰ? ਜਲੂਸ ਤਾਂ ਤੁਹਾਡਾ ਆਪਣਾ ਕੱਢਦੇ ਹੋ। ਜੇ ਅਸੀਂ ਇੱਕ ਬੰਦੇ ਦੀ ਤਾਰੀਫ ਕਰਦੇ ਹਾਂ ਤਾਂ ਅਸੀਂ ਸਿਰਫ ਤਾਰੀਫ ਹੀ ਚਾਹੁੰਦੇ ਹਾਂ, ਤੁਸੀਂ ਸੱਚ ਨਹੀਂ ਚਾਹੁੰਦੇ, ਸੱਚ ਦੱਸਿਆ। ਪਰ ਜੇ ਮੈਂ ਵਿਰੋਧ ਹੀ ਕਰਨਾ ਹੁੰਦਾ, ਮੈਂ ਲੱਖੇ ਦਾ ਕਿਉਂ ਨਹੀਂ ਕੀਤਾ ਉਸ ਦਿਨ ਵਿਰੋਧ? ਕਿਉਂਕਿ ਮੈਨੂੰ ਪਤਾ ਸੀ ਉਹ ਬੰਦੇ ਦੀ ਕੋਈ ਗਲਤੀ ਨਹੀਂ ਆ। ਉਹ ਬੰਦੇ ਨੇ ਰੋਕਿਆ ਲੋਕਾਂ ਨੂੰ, ਜਦੋਂ ਉਹਨੂੰ ਪਤਾ ਲੱਗਿਆ ਕਿ ਲਾਲ ਕਿਲੇ ਤੇ ਟ੍ਰੈਪ 'ਚ ਫਸ ਗਏ, ਉਹਨੇ ਰੋਕਿਆ ਹੈ। ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੀ, ਉਹਦੀ ਚਿੰਤਾ ਵੇਖਣ ਵਾਲੀ ਸੀ ਉਸ ਟਾਈਮ। ਸਾਨੂੰ ਇਹਨਾਂ ਚੀਜ਼ਾਂ ਨੂੰ ਵੇਖਣਾ ਪੈਣਾ। ਤੇ ਜਥੇਬੰਦੀਆਂ ਨੂੰ ਮੇਰੀ ਅਪੀਲ ਹੈ ਕਿ ਸਾਥ ਦਿਓ। ਜੇ ਲੱਖਾ ਪੁਲਿਸ ਫੜੂਗੀ ਤਾਂ ਫਿਰ ਸਾਨੂੰ ਵੀ ਫੜੂਗੀ, ਫਿਰ ਅਸੀਂ ਮਰਨ ਵਰਤੇ ਤੇ ਵੀ ਬੈਠਾਂਗੇ। ਆਪਣੇ ਬੰਦੇ ਲਈ ਛਡਾਉਣ ਲਈ ਜੇ ਉਹਨੂੰ ਜੇਲ੍ਹ 'ਚ ਲੈ ਕੇ ਜਾਣਗੇ, ਉੱਥੇ ਅਸੀਂ ਮਰਨ ਵਰਤੇ ਤੇ ਬੈਠਾਂਗੇ, ਅਸੀਂ ਭੁੱਖ ਹੜਤਾਲ ਤੇ ਬੈਠਾਂਗੇ। ਮੈਨੂੰ ਕਿਸੇ ਦਾ ਪਤਾ ਨਹੀਂ, ਮੈਂ ਆਪਣੀ ਗੱਲ ਕਰਦਾ। ਤੇ ਤੁਸੀਂ ਜਿਹੜੀ ਦੂਜੇ ਭਰਾਵਾਂ ਨਾਲ, ਠੀਕ ਆ ਉਹਨਾਂ ਤੋਂ ਗਲਤੀ ਹੋਈ ਆ, ਤੁਹਾਡੇ ਤੋਂ ਵੀ ਗਲਤੀਆਂ ਹੋਈਆਂ ਨੇ, ਪੰਧੇਰਾਂ ਤੋਂ ਗਲਤੀ ਹੋਈ ਆ, ਪਰ ਉਹ ਗਲਤੀ ਨੂੰ ਛੱਡ ਕੇ ਉਹ ਭਰਾਵਾਂ ਦੀ ਅੱਜ ਲੋੜ ਆ। ਉਹ ਕੰਧ ਕੱਢੋ ਵਿੱਚੋਂ, ਸਟੇਜ ਇੱਕ ਕਰੋ ਤੇ ਇਕੱਠੇ ਲੜੋ, ਤੇ ਆਪਾਂ ਲੜ ਕੇ ਜਿੱਤਾਂਗੇ। ਜਿੱਦਣ ਵਾਪਸ ਆ ਜਾਓਗੇ ਪੰਜਾਬ 'ਚ, ਜਿਹਨੂੰ ਜੋ ਕਹਿਣਾ ਉਹਨੂੰ ਮਾਰਨਾ, ਗੋਲੀ ਮਾਰ ਦਿਓ। ਬਾਹਰ ਵਾਲਿਆਂ ਨੂੰ ਭਰਾਵਾਂ ਨੂੰ ਬੇਨਤੀ ਹੈ, ਜਿਹਨੂੰ ਵੱਢਣਾ ਵੱਢ ਦਿਓ, ਜਿਹਨੂੰ ਠੋਕਣਾ ਠੋਕ ਦਿਓ। ਉਹ ਬਾਅਦ ਦੀਆਂ ਗੱਲਾਂ ਨੇ। ਅੱਜ ਸਾਡਾ ਦੁਸ਼ਮਣ ਵੱਡਾ ਹੈ ਤੇ ਸਾਨੂੰ ਇੱਕ ਹੋਣ ਦੀ ਲੋੜ ਹੈ। ਉਹ ਸਾਡੀਆਂ ਫੁੱਟਾਂ ਕਰਕੇ ਕਿਤੇ ਦੁਸ਼ਮਣ ਸਾਡਾ ਫਾਇਦਾ ਨਾ ਚੱਕੇ, ਇਹ ਤੁਹਾਨੂੰ ਚੀਜ਼ ਸਮਝਣੀ ਪੈਣੀ ਹੈ। ਬਾਕੀ ਮੈਂ ਫਿਰ ਸਾਰੀ ਜਨਤਾ ਨੂੰ ਕਹਿਣਾ ਕਿ ਆਓ ਆਪਾਂ ਲੱਖੇ ਬਾਈ ਦੇ ਨਾਲ ਐਡਾ ਕੁ ਪ੍ਰੈਸ਼ਰ ਬਣਾਈਏ ਕਿ ਪੁਲਿਸ ਦੀ ਐਸੀ ਦੀ ਤੈਸੀ, ਯਾਰ ਕਿਸੇ ਦੀ ਵੀ ਐਸੀ ਦੀ ਤੈਸੀ, ਸਰਕਾਰ ਦੀ, ਸੈਂਟਰ ਦੀ ਗੱਲ ਕਿ ਚੱਕ ਜੇ। ਕੀ ਮਾੜਾ ਕਰਤਾ ਉਹਨੇ, ਕੀ ਮਾੜਾ ਕਰਤਾ ਉਹਨੇ? ਠੀਕ ਆ ਨਾ। ਤੇ ਬਾਕੀ ਜਥੇਬੰਦੀਆਂ ਨੂੰ ਗਲਤੀ ਹੁੰਦੀ ਹੈ, ਬੰਦਾ ਸਰਕਾਰ ਹੈ, ਸਰਕਾਰ ਦੇ ਟ੍ਰੈਪ 'ਚ ਫਸਿਆ ਜਾਣਾ। ਕੋਈ ਛੋਟੀ ਮੋਟੀ ਧਿਰ ਨਾਲ ਥੋੜਾ ਲੜ ਰਹੇ ਆਪਾਂ। ਪਰ ਬਾਹਰਲਿਆਂ ਨੂੰ ਮੇਰੀ ਜਿਹੜੇ ਹੁਣ ਵੀ ਦੀਪ ਦੇ ਮਗਰ ਆ, ਹਨਾ, ਸੌਰੀ ਉਹਦਾ ਨਾਂ ਹੀ ਨਹੀਂ ਸੀ ਲੈਣਾ ਚਾਹੁੰਦਾ ਮੈਂ ਤਾਂ, ਬੰਬੇ ਵਾਲਾ ਕ੍ਰਾਂਤੀਕਾਰੀ ਵੱਡਾ, ਉਹਦੇ ਤੋਂ ਬਚ ਜਾਓ, ਉਹਦੇ ਤੋਂ ਬਚ ਜਾਓ। ਦੱਸੋ ਕਿਉਂ ਕਹਿੰਦਾ ਮੈਨੂੰ ਦੁੱਕੀ ਦਾ ਬੰਦਾ, ਦੱਸਾਂਗੇ ਦੁੱਕੀ ਦੇ ਕਿ ਟਿੱਕੀ ਦੇ ਆ, ਹੈਨਾ। ਜਿੱਦਣ ਨਾਲ ਸਾਥ ਦੇਣਾ ਸੀ ਉਦਣ, ਪਰ ਹੁਣ ਇਹ ਗੱਲਾਂ ਕਰਨ ਦਾ ਵੇਲਾ ਹੀ ਨਹੀਂ ਹੈ। ਹੁਣ ਵੇਲਾ ਲੱਖੇ ਦਾ ਸਾਥ ਦੇਣਾ, ਲੱਖਾ ਨੌਜਵਾਨੀ ਦਾ ਸਾਥ ਦੇਵੇ, ਨੌਜਵਾਨੀ ਲੱਖੇ ਦਾ ਸਾਥ ਦੇਵੇ, ਜਥੇਬੰਦੀਆਂ ਸਭ ਦਾ ਸਾਥ ਦੇਣ, ਸਭ ਨੂੰ ਨਾਲ ਲੈ ਕੇ ਚੱਲਣ। ਤੇ ਜਿਹੜੀ ਆਪਸੀ ਪਹਿਲਾਂ ਵੀ ਸਗੋਂ ਪਹਿਲਾਂ ਜੇ ਦੋ ਸਟੇਡਾਂ ਸੀ, ਹੁਣ ਤਾਂ ਤੁਹਾਨੂੰ ਉਹ ਤੋੜ ਕੇ ਕੰਧ ਜਿਵੇਂ ਭਰਾ ਕੱਢ ਦਿੰਦੇ ਹੋ, ਉਵੇਂ ਕੱਢ ਕੇ ਕੰਧ ਇੱਕ ਹੋ ਜਾਓ। ਤੇ ਬਾਕੀ ਮੇਰਾ ਕਿਸੇ ਨਾਲ ਕੋਈ ਰੌਲਾ ਨਹੀਂ ਹੈ। ਮੇਰੇ ਤੁਸੀਂ ਸਾਰੇ ਹੋ, ਮੈਨੂੰ ਗਾਲਾਂ ਕੱਢਣ ਵਾਲੇ ਵੀ ਮੇਰੇ ਹੋ, ਮੇਰੇ ਨਾਲ ਰਹਿਣੇ ਤਾਂ ਮੇਰੇ ਹੀ ਹੋ। ਤੇ ਜਿਹੜੇ ਮੇਰੇ ਵਿਰੋਧੀ ਹੈ, ਤੁਹਾਨੂੰ ਕੋਈ ਗੁੱਸਾ ਗਿਲਾ, ਤੁਹਾਨੂੰ ਤੁਸੀਂ ਦੀਪ ਦੇ ਸਪੋਰਟਰ ਹੋ ਨਹੀਂ ਹੋ, ਪਰ ਤੁਸੀਂ ਮੇਰੇ ਹੋ। ਬਾਕੀ ਸੱਚ ਸਮੇਂ ਦੇ ਆਉਂਦਾ। ਤੇ ਜਿੱਥੇ ਅਸੀਂ ਲੜਾਈ ਕਿਸਾਨੀ ਲਈ ਲੜ ਰਹੇ ਹਾਂ, ਤੇ ਜਿੰਨਾ ਚਿਰ ਨਹੀਂ ਜਿੱਤਦੇ ਲੜਾਂਗੇ, ਇੱਕ ਠੋਕ ਕੇ ਲੜਾਂਗੇ, ਜਿੱਤਾਂਗੇ, ਨਹੀਂ ਤਾਂ ਮਰਾਂਗੇ। ਠੀਕ ਆ ਨਾ, ਲੜਾਂਗੇ, ਜਿੱਤਾਂਗੇ, ਨਹੀਂ ਤਾਂ ਫਿਰ ਮਰਾਂਗੇ। ਚਾਹੇ ਸਰਕਾਰ ਦੀ ਗੋਲੀ ਨਾਲ ਮਰੀਏ, ਚਾਹੇ ਉੱਥੇ ਭੁੱਖੇ ਮਰੀਏ, ਪਰ ਐ ਨਹੀਂ ਭਜਦੇ। ਇਹ ਗੱਲ ਵਿਸ਼ਵਾਸ ਰੱਖਿਓ। ਬਾਕੀ ਮੇਰੀ ਫੇਰ ਬੇਨਤੀ ਆ ਕਿ ਮੈਂ ਜੇ ਨਹੀਂ ਤੁਸੀਂ ਇਹ ਕੰਮ ਕਰੋਗੇ, ਫਿਰ ਮੈਂ ਭੁੱਖ ਹੜਤਾਲ ਤੇ ਬੈਠੂੰਗਾ। ਯਾਰ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਆਪਾਂ ਬਹੁਤ ਨੇੜੇ ਆ ਜਿੱਤ ਦੇ। ਅੱਜ ਹਰਿਆਣਾ ਕਿੰਨੀ ਵੱਡੀ ਤਾਦਾਦ 'ਚ ਖੜਾ ਹੋ ਚੁੱਕਿਆ, ਅੱਜ ਯੂਪੀ ਕਿੰਨੀ ਤਾਦਾਦ 'ਚ ਖੜਾ ਹੋ ਚੁੱਕਿਆ। ਬਾਕੀ ਮੇਰੀ ਲੀਡਰਾਂ ਨੂੰ ਬੇਨਤੀ ਹੈ ਪੋਲੀਟੀਕਲੀ, ਤੁਸੀਂ ਸਾਡੇ ਇਮੋਸ਼ਨ ਨਾਲ ਨਾ ਖੇਡੋ। ਜੇ ਅੱਜ ਟਕੈਸਾ ਰੋ ਕੇ ਸਾਡਾ ਮੋਰਚਾ ਖੜਾ ਹੋਇਆ ਤਾਂ ਉੱਥੇ ਬਾਹਲੇ ਡਰਾਮੇ ਕਰਨ ਦੀ ਹੁਣ ਲੋੜ ਨਹੀਂ। ਸਪੋਰਟ ਕਰੋ, ਜਾ ਕੇ ਸਰਕਾਰ ਤੇ ਪ੍ਰੈਸ਼ਰ ਪਾਓ, ਉੱਥੇ ਬੈਠੋ ਭੁੱਖ ਹੜਤਾਲ ਤੇ। ਤੁਸੀਂ ਸਾਰੇ ਲੀਡਰ, ਚਾਹੇ ਅਕਾਲੀ ਨੇ, ਚਾਹੇ ਕਾਂਗਰਸੀ ਨੇ, ਚਾਹੇ ਆਮ ਆਦਮੀ ਨੇ, ਚਾਹੇ ਕੋਈ ਨੇ, ਤੁਸੀਂ ਹੁਣ ਇੱਧਰ ਸਾਡੇ ਨਾਲ ਘੁਸਪੈਠ ਜੀ ਕਰਨ ਦੀ ਕੋਸ਼ਿਸ਼ ਨਾ ਕਰੋ। ਇਹ ਵੀ ਮੇਰੀ ਬੇਨਤੀ ਹੈ। ਤੇ ਬਾਕੀ ਇਕੱਠੇ ਰਹੀਏ ਭਰਾਓ, ਦੂਸ਼ਣਬਾਜ਼ੀਆਂ ਛੱਡੀਏ ਤੇ ਸਾਰੇ ਰਲ ਕੇ ਏਕੇ ਨਾਲ ਚੱਲੀਏ, ਜੰਗ ਜਿੱਤੀਏ। ਉਦੋਂ ਬਾਅਦ ਕਿੰਨੇ ਕੀ ਕੀਤਾ, ਇਹ ਤੋੜ ਨਵੇੜੇ ਕਰਾਂਗੇ, ਇਹ ਨਿਪਟਾਰੇ ਕਰਾਂਗੇ, ਪਰ ਇੱਕੋ ਬੰਦੇ ਲਈ ਮੇਰਾ ਸਟੈਂਡ ਰਹੂਗਾ। ਪਰ ਹੁਣ ਨਹੀਂ ਬੋਲੂੰਗਾ। ਕੋਈ ਵੀ ਜਿਹੜੇ ਮੈਨੂੰ ਇੰਟਰਵਿਊ ਵਾਲੇ ਸਵਾਲ ਕਰਦੇ ਆ ਭਰਾ, ਜਾਂ ਪੱਤਰਕ ਮੀਟਿੰਗ ਦੇ ਇੰਟਰਵਿਊ ਕਰ, ਮੇਰੀ ਬੇਨਤੀ ਹੈ ਕਿਸਾਨੀ ਵਾਸਤੇ ਮੇਰੇ ਨਾਲ ਗੱਲ ਕਰੋ। ਮੈਨੂੰ ਆ ਚਟਕਾਰੇ ਲੈਣ ਲਈ, ਸਵਾਦ ਲੈਣ ਲਈ, ਜਾਂ ਵੀ ਮੈਂ ਉਹਦੇ ਲਈ ਪਬਲਿਸਿਟੀ, ਮੈਨੂੰ ਕੁਛ ਐਸਾ ਨਹੀਂ ਚਾਹੀਦਾ। ਮੈਂ ਕਿਸੇ ਲਈ ਕੁਛ ਨਹੀਂ ਬੋਲਣਾ, ਠੀਕ ਹੈ। ਮੈਂ ਆਪਣਾ ਠੋਕ ਕੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਕਹਿ ਚੁੱਕਿਆ, ਉਹ ਸੱਚ ਨੇ।
ਬਾਕੀ ਕਿਸੇ ਨਾਲ ਕੋਈ ਰੌਲਾ ਨਹੀਂ ਹੈ। ਜਥੇਬੰਦੀਆਂ ਨੂੰ ਠੋਕਦਾ ਜਿੰਨਾ ਮੈਂ ਰਿਹਾ, ਮੇਰੇ ਜਿੰਨਾ ਕਿਸੇ ਨੇ ਨਹੀਂ ਜਵਾਬ ਦਿੱਤਾ ਠੋਕ ਕੇ। ਤੇ ਜਥੇਬੰਦੀਆਂ ਨੂੰ ਮੈਂ ਪਰਸੋਂ ਵੀ ਗੱਲਾਂ ਠੋਕ ਕੇ ਹੋਈਆਂ, ਠੋਕ ਕੇ ਕੀਤੀਆਂ, ਠੀਕ ਹੈ ਨਾ। ਤੇ ਕਿਸ ਲੈਵਲ ਤੇ ਕੀਤੀਆਂ, ਚਾਹੇ ਬਾਪੂ ਡੱਲੇਵਾਲ ਸਾਹਿਬ ਨੂੰ ਪੁੱਛਿਓ ਫੋਨ ਕਰਕੇ ਕਿ ਗੱਲ ਮੁੰਡੇ ਨੇ ਕੀ ਕਿਹਾ, ਮੁੰਡਾ ਬਲਜੀਤ ਹੈ ਉਹਨੂੰ ਪੁੱਛਿਓ ਕੀ ਕਿਹਾ, ਹੈ ਨਾ। ਐ ਨਹੀਂ ਮੂੰਹ ਮੋੜ ਦਿੰਦੇ, ਠੀਕ ਹੈ ਨਾ। ਬਾਕੀ 2 ਦਿਨ ਹੌਸਲਾ ਬਹੁਤ ਟੁੱਟਾ ਸੀ ਕਿ ਅਸੀਂ ਖਤਮ ਹੋ ਗਏ। 28 ਤਰੀਕ ਸ਼ਾਮ ਨੂੰ ਬੋਲਿਆ ਸੀ, ਜੋ ਬੋਲਿਆ ਸੀ ਸੱਚ ਬੋਲਿਆ ਸੀ। ਉਹਦੇ 'ਚ ਇਹ ਵੀ ਬਹੁਤ ਬੰਦੇ ਸਾਡੇ ਟਰੈਪ 'ਚ ਫਸੇ ਸਰਕਾਰ ਦੇ, ਤੇ ਇੱਕ ਸਾਡੇ ਬੰਦੇ ਦੇ ਮਿਲੀ ਭੁਗਤ ਹੈ ਜਿਹੜੀ ਉਹਦੇ ਨਾਲ ਗਲਤੀ ਹੋਈ ਹੈ। ਪਾਪ ਕਿਸੇ ਤੋਂ ਨਹੀਂ ਹੋਇਆ, ਤੇ ਗਲਤੀਆਂ ਮਾਫ ਕਰਕੇ ਅੱਗੇ ਇਕੱਠੇ ਹੋ ਕੇ ਵਧੋ। ਇਹ ਮੇਰੀਆਂ ਬੇਨਤੀਆਂ। ਕਿਸੇ ਨੂੰ ਕੋਈ ਮੇਰੀ ਗੱਲ ਮਾੜੀ ਲੱਗੀ ਹੈ, ਮੇਰੀ ਗੱਲ ਤੇ ਕੋਈ ਗੁੱਸਾ ਹੈ, ਮੇਰੇ ਤੇ ਕੋਈ ਗੁੱਸਾ ਹੈ, ਤੁਹਾਡਾ ਗੁੱਸਾ ਸਿਰ ਮੱਥੇ, ਤੁਹਾਨੂੰ ਜੋ ਤੁਹਾਡੀ ਸਜ਼ਾ ਹੈ ਸਿਰ ਮੱਥੇ। ਪਰ ਮੈਂ ਨਾ ਗੱਦਾਰ, ਨਾ ਗੱਦਾਰੀ ਮੇਰੇ ਖੂਨ 'ਚ ਹੈ। ਮਰਾਂਗੇ, ਜਿੱਤਾਂਗੇ, ਲੜਾਂਗੇ, ਠੀਕ ਹੈ ਨਾ। ਲੜਾਂਗੇ, ਜਿੱਤਾਂਗੇ, ਨਹੀਂ ਤਾਂ ਫਿਰ ਮਰਾਂਗੇ। ਇਹ ਗੱਲ ਪੱਕੀ ਹੈ। ਇਹ ਹਿੱਕ ਠੋਕ ਕੇ ਕਹਿੰਦੇ ਆ, ਹਿੱਕ ਠੋਕ ਕੇ ਮਰਦਾਂ ਵਾਂਗੂ ਲੜਿਆ ਤੇ ਮਰਦਾਂ ਵਾਂਗੂ ਲੜਾਂਗੇ, ਠੀਕ ਹੈ। ਡਰਾਮੇ ਨਹੀਂ ਆਉਂਦੇ ਐਕਟਰ ਵਾਂਗੂ ਸਾਨੂੰ ਕਰਨੇ, ਨਾ ਕੀਤੇ ਆ। ਤੇ ਮੈਂ ਇੱਕ ਵਾਰ ਫਿਰ ਤੈਨੂੰ ਨੂੰ ਜਾ ਕੇ ਪਹਿਲਾਂ ਉਹਨਾਂ ਦੇ ਸਿਰ 'ਚ ਪੱਗ ਰੱਖੂੰਗਾ, ਉਹਨਾਂ ਦੇ ਪੈਰਾਂ 'ਚ ਜਥੇਬੰਦੀਆਂ ਦੇ, ਕਿ ਬੰਦਿਆਂ ਵਾਲੇ ਕੰਮ ਕਰੋ, ਬਿਆਨਬਾਜ਼ੀਆਂ ਸੋਚ ਸਮਝ ਕੇ ਕਰੋ। ਤੇ ਉਸ ਤੋਂ ਬਾਅਦ ਜੋ ਨਹੀਂ ਮੰਨਣਗੇ ਮੈਂ ਭੁੱਖ ਹੜਤਾਲ ਤੇ ਬੈਠੂੰਗਾ। ਜੋ ਇੱਕ ਨਹੀਂ ਹੁੰਦੇ, ਜੇ ਕਿਸੇ ਦਾ ਵੀ ਸਾਡੇ ਸਾਰੇ ਭਰਾਵਾਂ ਦਾ ਸਾਥ ਨਹੀਂ ਦਿੰਦੇ ਤਾਂ ਬੇਨਤੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਜਿੱਤਾਂਗੇ।